ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਆ ਤੁਹਾਡਾ ਆਪਣੇ YouTube ਚੈਨਲ GK ਅਕੈਡਮੀ ਪੰਜਾਬ ਦੇ ਵਿੱਚ। ਦੋਸਤੋ, ਜਿਹੜੇ ਵੀ ਕੈਂਡੀਡੇਟ ਅੱਜ ਸਵੇਰ ਤੋਂ ਜਾਂ ਕੱਲ ਤੋਂ ਬਹੁਤ ਜ਼ਿਆਦਾ ਨਿਰਾਸ਼ ਹੋ ਰਹੇ ਸੀ ਕਿ ਜਿਨ੍ਹਾਂ ਦੇ ਕਿ ਆਪਣੇ ਇਹਦੇ ਵਿੱਚ ਐਲੀਜੀਬਿਲਿਟੀ ਨਹੀਂ ਬਣ ਰਹੀ ਸੀ ਵੀਡੀਓ ਤੇ ਗ੍ਰਾਮ ਸੇਵਕ ਦੀ ਪੋਸਟ ਲਈ, ਉਹਨਾਂ ਲਈ ਇੱਕ ਬਹੁਤ ਹੀ ਵਧੀਆ ਖੁਸ਼ਖਬਰੀ ਹੈ ਕਿ PSSB ਨੇ ਕਲਰਕ ਦੀਆਂ 917 ਨਵੀਆਂ ਪੋਸਟਾਂ ਆਊਟ ਕਰ ਦਿੱਤੀਆਂ ਨੇ। ਇਹ ਸਾਰੀਆਂ ਦੀਆਂ ਸਾਰੀਆਂ ਪੋਸਟਾਂ ਗ੍ਰੈਜੂਏਸ਼ਨ ਬੇਸ ਦੇ ਉੱਤੇ ਭਰੀਆਂ ਜਾਣਗੀਆਂ। ਤਾਂ ਅੱਗੇ ਆਪਾਂ ਦੇਖਾਂਗੇ ਕਿ ਇਹਦੇ ਵਿੱਚ ਕੀ ਰਿਕੁਆਇਰਮੈਂਟ ਚਾਹੀਦੀ ਹੋਏਗੀ। ਸੋ ਤੁਸੀਂ ਇਹ ਵੀਡੀਓ ਨੂੰ ਪੂਰੀ ਦੇਖਣਾ, ਛੋਟੀ ਜਿਹੀ ਵੀਡੀਓ ਹੋਏਗੀ। ਸੋ ਇਹਦੇ ਨਾਲ ਤੁਹਾਨੂੰ ਸਾਰੇ ਡਾਊਟ ਤੁਹਾਡੇ ਕਲੀਅਰ ਹੋਣਗੇ। ਸੋ ਇਹਦੇ ਵਿੱਚ ਆਪਾਂ ਇਹ ਵੀ ਦੇਖਾਂਗੇ ਕਿ ਜਿਹੜੇ ਕੋਆਪਰੇਟਿਵ ਬੈਂਕ ਦੀਆਂ 738 ਪੋਸਟਾਂ ਹੋਣੀਆਂ ਸੀ ਕਿ ਉਹ ਵੀ ਇਹਦੇ ਵਿੱਚ ਹੀ ਨੇ, ਤੇ ਜਿਹੜੀ ਟਾਈਪਿੰਗ ਹੋਏਗੀ ਉਹ ਕੋਆਪਰੇਟਿਵ ਬੈਂਕ ਦੀ ਹੋਏਗੀ ਜਾਂ ਨਹੀਂ ਹੋਏਗੀ। ਸੋ ਦੇਖਾਂਗੇ ਜੀ। ਅੱਜ ਹੀ ਇਹ ਇਸ਼ਤਿਹਾਰ ਜਾਰੀ ਹੋਇਆ ਸੀਗਾ ਅਖਬਾਰਾਂ 'ਚ, 6 ਤਰੀਕ ਨੂੰ ਛਪਿਆ ਸੀ। 15 ਨੂੰ ਇਹਨਾਂ ਨੇ ਸ਼ਾਮ ਨੂੰ, ਇਹਨਾਂ ਨੇ ਵੈਸੇ 16 ਤਰੀਕ ਕਰਤੀ ਹੋਈ ਆ। ਸੋ ਫਾਰਮ ਭਰਨ ਦੀ ਇਹਨਾਂ ਨੇ ਆਖਰੀ ਮਿਤੀ 18 ਜੂਨ ਰੱਖੀ ਆ। ਠੀਕ ਆ ਜੀ। ਹੁਣ ਦੇਖੋ ਜੀ, ਗਰੁੱਪ C ਦੇ ਤਹਿਤ ਇਹ ਆਉਂਦੀ ਆ ਅਸਾਮੀ। ਠੀਕ ਆ ਜੀ। ਇਹਦੇ ਵਿੱਚ ਇਹਨਾਂ ਨੇ 917 ਪੋਸਟਾਂ ਕਿਹਾ ਡਾਟਾ ਐਂਟਰੀ ਕਲਰਕ ਕਮ ਡਾਟਾ ਐਂਟਰੀ ਆਪਰੇਟਰ ਦੀਆਂ 917 ਪੋਸਟਾਂ ਭਰਨ ਲਈ SS ਬੋਰਡ ਦੀ ਤੁਸੀਂ ਗਵਰਨਮੈਂਟ ਦੀ ਵੈਬਸਾਈਟ ਦੇ ਉੱਤੇ ਜਾ ਕੇ ਤੁਸੀਂ ਇਹ 15 ਤਰੀਕ ਤੋਂ ਲੈ ਕੇ 15 ਤਰੀਕ ਤੱਕ ਤੁਸੀਂ ਭਰ ਸਕਦੇ ਹੋ। ਠੀਕ ਆ। ਹੁਣ ਦੇਖੋ ਜੀ, ਇਹਦੇ ਵਿੱਚ ਮੇਨ ਆਪਣਾ ਦੇਖਣਯੋਗ ਚੀਜ਼ ਇਹ ਆ ਕਿ ਦੇਖੋ ਆਹ ਕੈਟਾਗਰੀ ਵਾਈਜ਼ ਵੰਡ ਆ ਕਿ ਕਿਹੜੇ ਕਿਹੜੇ ਡਿਪਾਰਟਮੈਂਟ ਦੇ ਵਿੱਚ ਇਹ ਤੁਹਾਡੀਆਂ ਪੋਸਟਾਂ ਹੋਣਗੀਆਂ। ਆਹ ਦੇਖੋ ਜੀ, ਹੁਣ ਇਹ ਤੁਹਾਨੂੰ ਮੈਂ PDF ਇਹਦੇ 'ਤੇ ਆਲਰੇਡੀ ਸ਼ੇਅਰ ਕਰ ਦਿੱਤੀ ਹੋਈ ਆ, ਤੁਸੀਂ ਦੇਖ ਲੈਣਾ। ਦੇਖੋ ਜੀ, ਸਾਇੰਸ ਤਕਨੀਕੀ ਅਤੇ ਵਾਤਾਵਰਨ ਵਿਭਾਗ ਦੇ ਵਿੱਚ ਇੰਨੀਆਂ ਪੋਸਟਾਂ ਨੇ। ਠੀਕ ਆ। ਸੋ ਦਫ਼ਤਰ ਡਾਇਰੈਕਟਰ ਸਿੱਖਿਆ ਵਿਭਾਗ ਦੇ ਵਿੱਚ, ਠੀਕ ਹੈ, ਜਿਹੜੀਆਂ ਸਿੱਖਿਆ ਵਿਭਾਗ ਦੇ ਵਿੱਚ ਮੈਂ ਤੁਹਾਨੂੰ ਕਿਹਾ ਸੀ ਕਿ ਕਲਰਕ ਦੀਆਂ ਪੋਸਟਾਂ ਆਉਣੀਆਂ ਨੇ। ਸੋ ਪੰਜਾਬ ਸ਼ਹਿਰੀ ਯੋਜਨਾਬੰਦੀ ਅਤੇ ਵਿਕਾਸ ਅਥਾਰਟੀ ਪੁੱਡਾ ਦੇ ਜਿਹੜਾ ਲੈਟਰ ਦਿੱਤਾ ਸੀ ਇਹਨਾਂ ਨੂੰ, ਉਹਦੇ ਆਧਾਰ ਦੇ ਉੱਤੇ ਇਹ ਪੋਸਟਾਂ ਨੇ। ਸੋ ਪੰਜਾਬ ਰਾਜ ਸਹਿਕਾਰੀ ਬੈਂਕ ਲਿਮਟਿਡ, ਇਹ ਬਹੁਤ ਹੀ ਵੱਡੀ, ਇਹਦੇ ਵਿੱਚ ਸਭ ਤੋਂ ਵੱਡੀ ਭਰਤੀ, ਸਭ ਤੋਂ ਜ਼ਿਆਦਾ ਪੋਸਟਾਂ ਇਹਦੀਆਂ ਨੇ। 738 ਪੋਸਟਾਂ ਦੇਖੋਗੇ ਤੁਸੀਂ ਕਿ 738 ਪੋਸਟਾਂ ਜੋ ਨੇ ਇਹ ਟੋਟਲ ਆਪਣੀਆਂ ਕੋਆਪਰੇਟਿਵ ਬੈਂਕ ਦੀਆਂ ਭਰਤੀਆਂ ਨੇ। ਠੀਕ ਹੈ, ਇਹ ਪੋਸਟਾਂ ਨੇ, ਇਹ ਜਿਹੜੀ ਕੋਆਪਰੇਟਿਵ ਬੈਂਕ ਦੀਆਂ 738 ਪੋਸਟਾਂ ਹੈ, ਉਹਦਾ ਪੇਪਰ ਇਸ ਵਾਰ ਆਪਣਾ PSSB ਬੋਰਡ ਲੈ ਰਿਹਾ ਵਾ। ਠੀਕ ਹੈ। ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਦੇ ਵਿੱਚ ਜਿਹੜੀਆਂ ਟੋਟਲ ਇਹਨਾਂ ਨੇ ਵੈਕੈਂਸੀਜ਼ ਕਹੀਆਂ ਨੇ ਤਾਂ ਆਪਣੀਆਂ 80 ਵੈਕੈਂਸੀਜ਼ ਨੇ। ਹੁਣ ਇਹਦੇ ਵਿੱਚ ਤੁਸੀਂ ਦੇਖਣ ਵਾਲੀ ਚੀਜ਼ ਇਹ ਆ ਕਿ ਜਰਨਲ ਕੈਟਾਗਰੀ ਦੀਆਂ ਕਿੰਨੀਆਂ ਪੋਸਟਾਂ ਹੈ, 237 ਪੋਸਟਾਂ ਮੇਲ ਦੀਆਂ ਨੇ ਤੇ 96 ਪੋਸਟਾਂ ਫੀਮੇਲ ਦੀਆਂ ਨੇ। ਬਾਕੀ ਸਾਰੇ ਤੁਸੀਂ ਕੈਟਾਗਰੀ ਵਾਈਜ਼ ਦੇਖ ਸਕਦੇ ਹੋ ਕਿ ਕਿੰਨੀਆਂ ਪੋਸਟਾਂ ਕਿਹਦੀਆਂ ਨੇ ਤੇ ਕਿੰਨੀਆਂ ਪੋਸਟਾਂ ਕਿਸ ਦੀਆਂ ਨੇ। ਠੀਕ ਆ। ਹੁਣ ਦੇਖੋ ਜੀ, ਇਹਦੇ ਵਿੱਚ ਆਪਣਾ ਇਹ ਤੁਸੀਂ ਸਮਝ ਗਏ ਕਿ ਕੋਆਪਰੇਟਿਵ ਬੈਂਕ ਦਾ ਆ ਗਿਆ। ਹੁਣ ਇਹਨਾਂ ਨੇ ਕੀ ਰੱਖਿਆ ਗਿਆ ਵਾ, ਇਹਨਾਂ ਨੇ ਸਾਫ਼-ਸਾਫ਼ ਇਹਦੇ ਉੱਤੇ ਲਿਖਿਆ ਹੋਇਆ ਕਿ ਅਫਰੋਜ਼ ਜਿਹੜੀ ਆਪਣੀ ਰਾਖਵਾਂ ਕਰਨ ਦੀ ਵਾ। ਠੀਕ ਆ। ਜਿਹੜੇ ਮਤਲਬ ਕਿ ਜਿੱਦਾਂ ਕਿ ਕੋਆਪਰੇਟਿਵ ਬੈਂਕ ਹੋ ਗਈ, ਜਿਹੜੀ ਇਹ ਡਿਪਾਰਟਮੈਂਟ ਨੇ ਜਿੱਥੇ ਜਾਣਾ ਨੇ, ਉਹਦੇ ਆਧਾਰ ਦੇ ਉੱਤੇ ਦਰਸਾਇਆ ਜਾਊਗਾ। ਠੀਕ ਆ। ਅਸਾਮੀਆਂ ਨੂੰ ਘਟਾਉਣ ਜਾਂ ਵਧਾਉਣ ਦਾ ਫੈਸਲਾ ਇਹ ਲੈ ਸਕਦੇ ਆ। ਸੋ ਇਹਦੇ ਵਿੱਚ ਵੀ ਆਪਣਾ ਸਮਰੱਥ ਅਥਾਰਟੀ ਵੱਲੋਂ ਨਿਰਧਾਰਤ ਸਮੇਂ ਵਿੱਚ ਕਿਸੇ ਨਵੇਂ ਵਿਭਾਗ ਤੋਂ ਜੇਕਰ ਕਲਰਕ ਦੀਆਂ ਅਸਾਮੀਆਂ ਦੀ ਮਤਲਬ ਕਿ ਆ ਜਾਏਗੀ ਕਿ ਕਲਰਕ ਦੀਆਂ ਅਸਾਮੀਆਂ ਹੋਰ ਚਾਹੀਦੀਆਂ ਨੇ, ਤਾਂ ਬੋਰਡ ਇਹਦੇ ਵਿੱਚ ਗਿਣਤੀ ਵਧਾ ਵੀ ਸਕਦੀ ਹੈ ਅੱਗੇ ਜਾ ਕੇ। ਸੋ ਪੂਰਾ ਚਾਂਸ ਆ ਕਿ ਇਹਦੇ ਵਿੱਚ ਹੋਰ ਪੋਸਟਾਂ ਵਧਣਗੀਆਂ, ਕਿਉਂਕਿ ਡਿਪਾਰਟਮੈਂਟ ਦੇ ਵਿੱਚ ਕਲਰਕਾਂ ਦੀਆਂ ਪੋਸਟਾਂ ਖਾਲੀ ਪਈਆਂ ਨੇ। ਕਿਉਂਕਿ 2500 ਕਲਰਕ ਤਾਂ ਅਜੇ 3000 ਕਲਰਕ ਤਾਂ ਅਜੇ ਜੁਆਇਨ ਹੋਣ ਵਾਲੇ ਪਏ ਨੇ, ਜਿਨ੍ਹਾਂ ਦੀ ਕਿ ਟਾਈਪਿੰਗ ਰਹਿੰਦੀ ਹੈ, ਜਿਹੜਾ ਕਿ 2021 ਦੇ ਵਿੱਚ ਐਗਜ਼ਾਮ ਹੋਇਆ ਸੀ। ਸੋ ਆਹ ਸਾਰਾ ਇਹਨਾਂ ਨੇ ਦਿੱਤਾ ਹੋਇਆ ਕਿ ਐਕਸ ਸਰਵਿਸਮੈਨ ਦੇ ਰੂਲ ਵਗੈਰਾ ਤੁਸੀਂ ਪੜ੍ਹ ਲੈਣੇ ਆ। ਠੀਕ ਆ। ਹੁਣ ਆਪਾਂ ਇਹਦੇ ਵਿੱਚ ਪੜ੍ਹਨ ਵਾਲੀ ਚੀਜ਼ ਕੀ ਆ ਜੀ, ਦੇਖੋ ਜੀ, ਇਹਦੀ ਪਹਿਲੀ ਗੱਲ ਤਾਂ ਪੇ ਸਕੇਲ 19,900 ਆ। ਦੇਖੋ ਹੁਣ ਤੁਸੀਂ ਸਾਰੇ ਬਹੁਤ ਜ਼ਿਆਦਾ ਨਿਰਾਸ਼ ਹੋ ਰਹੇ ਸੀ ਜਿਨ੍ਹਾਂ ਦਾ ਕਿ PSSB ਕਲਰਕ ਦੇ ਵਿੱਚ ਘੱਟ ਨੰਬਰ ਬਣ ਰਹੇ ਸੀ, 400 ਤੋਂ ਘੱਟ ਬਣ ਰਹੇ ਸੀ, ਜਾਂ ਜਿਨ੍ਹਾਂ ਦਾ 400 ਤੋਂ 500 ਬਣ ਰਹੇ ਸੀ, ਜਿਨ੍ਹਾਂ ਨੂੰ ਲੱਗਦਾ ਕਿ ਉਹਨਾਂ ਦਾ ਪੱਕਾ ਨਹੀਂ ਗਾ ਕਿ ਉਹਨਾਂ ਦਾ ਨਾਮ ਫਾਈਨਲ ਮੈਰਿਟ ਦੇ ਵਿੱਚ ਟਾਈਪਿੰਗ ਤੋਂ ਬਾਅਦ ਆਊਗਾ ਕਿ ਨਹੀਂ ਆਊਗਾ, ਵੀ ਉਹ ਟਾਈਪਿੰਗ ਕਰਨ ਕਿ ਨਾ ਕਰਨ। ਤੁਸੀਂ ਟਾਈਪਿੰਗ 100% ਕਰਨੀ ਆ। ਠੀਕ ਆ। ਉਹਦਾ ਤੁਹਾਨੂੰ ਬੈਨੀਫਿਟ ਇਸ ਭਰਤੀ ਦੇ ਵਿੱਚ ਹੋਏਗਾ। ਹੁਣ ਤੁਹਾਡੇ ਕੋਲ ਪੂਰਾ ਖੁੱਲ੍ਹਾ ਟਾਈਮ ਆ, ਤੁਸੀਂ ਰਿਟਨ ਦੀ ਵੀ ਤਿਆਰੀ ਕਰ ਸਕਦੇ ਹੋ ਤੇ ਆਪਣਾ ਟਾਈਪਿੰਗ ਟੈਸਟ ਦੀ ਵੀ ਤਿਆਰੀ ਕਰ ਸਕਦੇ ਹੋ। ਹੁਣ ਇਹ ਜਿਹੜੀਆਂ ਕਲਰਕ ਦੀਆਂ ਨੇ, ਠੀਕ ਆ, ਇਹਦੇ ਵਿੱਚ ਬਾਰੇ ਸਾਰਾ ਕੁਝ ਇਹਨਾਂ ਨੇ ਦਰਸਾਇਆ ਹੋਇਆ ਵਾ। ਸੋ ਇਹਦੇ ਵਿੱਚ ਹੁਣ ਇਹਦੀ ਐਲੀਜੀਬਿਲਿਟੀ ਦੇਖੋ ਜੀ। ਪਹਿਲਾਂ ਤਾਂ ਕਲਰਕ ਕਮ ਡਾਟਾ ਐਂਟਰੀ ਆਪਰੇਟਰ ਦੀ ਉਹਨੂੰ ਬੈਚਲਰਸ ਡਿਗਰੀ ਹੋਣੀ ਚਾਹੀਦੀ ਆ, ਮਤਲਬ 3 ਸਾਲ ਦੀ ਜਿਹੜੀ ਡਿਗਰੀ ਰਿਕੋਗਨਾਈਜੇਸ਼ਨ ਯੂਨੀਵਰਸਿਟੀ ਔਰ ਇੰਸਟੀਟਿਊਸ਼ਨ ਤੋਂ ਹੋਣੀ ਚਾਹੀਦੀ ਆ। ਮਤਲਬ ਕਿ 3 ਸਾਲ ਦੀ ਡਿਗਰੀ, ਬੈਚਲਰ ਡਿਗਰੀ ਹੋਣੀ ਚਾਹੀਦੀ ਆ, ਚਾਹੇ ਤੁਹਾਡੀ BA ਆ, ਚਾਹੇ ਤੁਹਾਡੀ BCA ਆ, ਚਾਹੇ ਤੁਹਾਡੀ BCom ਆ, ਚਾਹੇ ਤੁਹਾਡੀ ਕੋਈ ਵੀ ਡਿਗਰੀ ਆ। ਠੀਕ ਆ। 3 ਸਾਲ ਦੀ। ਸੋ ਇਹ ਘੱਟ ਤੋਂ ਘੱਟ ਇਹ ਹੋਣੀ ਚਾਹੀਦੀ ਆ। ਤੁਹਾਡੇ ਕੋਲ 120 ਘੰਟੇ ਦਾ ਨਾ ਕੋਰਸ ਹੋਣਾ ਚਾਹੀਦਾ ਵਾ, ਜਿਹੜਾ ਕਿ ਆਪਣਾ ISO ਤੋਂ ਪ੍ਰਮਾਣਿਤ ਹੁੰਦਾ ਵਾ। ਠੀਕ ਆ। ISO ਤੋਂ ਪ੍ਰਮਾਣਿਤ 120 ਘੰਟੇ ਦਾ ਕੋਰਸ ਹੋਣਾ ਚਾਹੀਦਾ, ਜਾਂ ਤੁਹਾਡੇ ਕੋਲੇ ਕੀ ਹੋਣਾ ਚਾਹੀਦਾ, O ਲੈਵਲ ਦਾ ਇੱਕ ਕੋਰਸ ਹੁੰਦਾ ਵਾ। ਸੋ ਗਵਰਨਮੈਂਟ ਆਫ ਇੰਡੀਆ ਤੋਂ ਅਪਰੂਵਡ ਹੁੰਦਾ ਵਾ, ਜਾਂ ਤੁਹਾਡੇ ਕੋਲ ਇਹ ਹੋਣਾ ਚਾਹੀਦਾ। ਜੇਕਰ ਤੁਹਾਡੇ ਕੋਲ ਇਹ ਦੋਨੇ ਹੈ ਨਹੀਂ ਗੇ ਸਰਟੀਫਿਕੇਟ, ਤਾਂ ਤੁਹਾਡੀ ਜਿਹੜੀ ਡਿਗਰੀ ਕੁਆਲੀਫਿਕੇਸ਼ਨ ਆ ਉਹ BSc IT, BCA, BTech IT ਹੋ ਗਈ। ਠੀਕ ਆ। BSc ਕੰਪਿਊਟਰ ਸਾਇੰਸ ਹੋ ਗਈ, BCA ਹੋ ਗਈ,
ਜਾਂ ਤੁਹਾਡੀ ਮੰਨ ਲਓ ਇਹ ਵਾਲੀਆਂ ਪੋਸਟਾਂ ਜਾਂ PGDCA ਹੋਗੀ, ਤੁਹਾਡੀ ਇਹ ਪੋਸਟ ਇਹ ਕੁਆਲੀਫਿਕੇਸ਼ਨ ਹੋਣੀ ਚਾਹੀਦੀ ਆ। ਸੋ ਮਤਲਬ ਕਿ ਇਹੀ ਆ ਕਿ ਜਿਨ੍ਹਾਂ ਦੇ ਕੋਲ 120 ਘੰਟੇ ਦਾ ਸਰਟੀਫਿਕੇਟ ਨਹੀਂ ਹੈਗਾ ਉਹਨੂੰ ਇਹ ਚੀਜ਼ਾਂ ਦੀ ਜ਼ਰੂਰਤ ਪਏਗੀ, ਠੀਕ ਆ ਜੀ। ਸੋ ਉਹਦੀ ਡਿਗਰੀ ਕੰਪਿਊਟਰ ਫੀਲਡ ਦੇ ਵਿੱਚ ਹੋਣੀ ਚਾਹੀਦੀ ਆ। ਹਾਲਾਂਕਿ ਜਿਹੜਾ ਆਪਣਾ ਪਹਿਲਾ ਨੋਟੀਫਿਕੇਸ਼ਨ ਆਇਆ ਸੀ ਇਹਨਾਂ ਦਾ ਵੀਡੀਓ ਦਾ, ਉਹਦੇ ਵਿੱਚ ਇਹਨਾਂ ਨੇ ਅਲੱਗ ਹੀ ਯੋਗਤਾ ਰੱਖੀ ਹੋਈ ਸੀ। ਸੋ ਇਹਦੇ ਵਿੱਚ ਉਹ ਸਾਰੇ ਕੈਂਡੀਡੇਟ ਐਲੀਜੀਬਲ ਹੋ ਜਾਣਗੇ ਜਿਹੜੇ ਉਸ ਦੇ ਵਿੱਚ ਐਲੀਜੀਬਲ ਨਹੀਂ ਹੋਏ। ਹੁਣ ਜੀ ਆਹ ਮੇਨ ਆ ਚੀਜ਼, ਇਹਨਾਂ ਨੇ ਕੁਆਲੀਫਾਈ ਆਫ, ਇਹਦੇ ਵਿੱਚ ਪੰਜਾਬੀ ਤੇ ਅੰਗਰੇਜ਼ੀ ਦਾ ਟੈਸਟ ਹੋਊਗਾ, 10 ਮਿੰਟ ਦਾ ਹੋਏਗਾ, ਠੀਕ ਆ। 30 ਵਰਡ ਪਰ ਮਿੰਟ ਦੇ ਹਿਸਾਬ ਦੇ ਨਾਲ ਤੁਸੀਂ ਟਾਈਪਿੰਗ ਕਰਨੀ ਆ, ਠੀਕ ਆ। ਸੋ 10ਵੀਂ ਪੱਧਰ ਦੇ ਉੱਤੇ ਲਾਜ਼ਮੀ ਪੰਜਾਬੀ ਭਾਸ਼ਾ ਪਾਸ ਕੀਤੀ ਹੋਣੀ ਚਾਹੀਦੀ ਆ, ਠੀਕ ਆ। ਜਰਨਲ ਸ਼੍ਰੇਣੀ ਦੀ ਉਮਰ 18 ਤੋਂ 37 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ, ਤੇ ਬਾਕੀ ਦੀਆਂ ਜੋ ਸ਼੍ਰੇਣੀਜ਼ ਨੇ ਉਹਨਾਂ ਦੀ ਉਮਰ 42 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ, ਠੀਕ ਆ, 18 ਤੋਂ 42। ਸੋ ਜਿਹੜੇ ਆਪਣੇ ਰਾਜ ਤੇ ਕੇਂਦਰੀ ਸਰਕਾਰ ਦੇ ਕਰਮਚਾਰੀ ਆ ਉਹਨਾਂ ਦੀ 45 ਸਾਲ, ਠੀਕ ਆ ਜੀ। ਸਾਬਕਾ ਫੌਜੀਆਂ ਦੀ ਇਹ ਜਿਹੜੇ ਇਹਦੇ ਰੂਲ ਦੇ ਮੁਤਾਬਕ ਆ ਉਨੀ ਹੋਏਗੀ। ਹੁਣ ਜੀ ਰਾਖਵਾਂਕਰਨ ਜੇ ਤੁਸੀਂ ਲੈਣਾ ਵਾ, ਤੁਸੀਂ ਸਾਰੇ ਬਹੁਤ ਪੜ੍ਹੇ ਲਿਖੇ ਹੋ, ਇਹਦੇ ਬਾਰੇ ਤੁਸੀਂ ਖੁਦ ਪੜ੍ਹ ਸਕਦੇ ਹੋ ਕਿ ਡੋਮਿਸਾਈਲ ਸਰਟੀਫਿਕੇਟ ਤੁਹਾਡਾ ਹੋਣਾ ਚਾਹੀਦਾ, ਤਾਂ ਹੀ ਤੁਹਾਨੂੰ ਰਾਖਵਾਂਕਰਨ ਮਿਲੂਗਾ, ਠੀਕ ਹੈ ਜੀ। ਸੋ ਨੈਕਸਟ ਆਪਣੇ ਕੋਲ ਆ ਗਿਆ ਜੀ ਆਪਣੀਆਂ ਫੀਸ 1000 ਰੁਪਇਆ ਇਹਨਾਂ ਨੇ ਬਹੁਤ ਜ਼ਿਆਦਾ ਫੀਸ ਰੱਖੀ ਆ ਕਿ ਜਿਹੜੇ ਜਰਨਲ ਵਰਗ ਹੋ ਗਿਆ, ਫਰੀडम ਫਾਈਟਰ ਹੋ ਗਿਆ, ਖਿਡਾਰੀ ਹੋ ਗਿਆ, ਉਹਨਾਂ ਦੀ 1000 ਰੁਪਇਆ ਫੀਸ ਆ। SC BC ਤੇ EWS ਦੀ 250 ਰੁਪਇਆ ਵਾ। ਸਾਬਕਾ ਫੌਜੀ, ਐਕਸ ਸਰਵਿਸਮੈਨ, ਸੈਲਫ ਤੇ ਡਿਪੈਂਡੈਂਟ ਦੀ 200 ਰੁਪਇਆ ਵਾ। ਜਿਹੜੇ ਹੈਂਡੀਕੈਪ ਨੇ ਉਹਨਾਂ ਦੀ 500 ਰੁਪਇਆ ਵਾ, ਠੀਕ ਆ। ਸੋ ਫੀਸ ਇਹਨਾਂ ਨੇ ਕੋਈ ਘੱਟ ਨਹੀਂ ਕੀਤੀ ਆ, ਜਿਹੜੀ ਪਹਿਲਾਂ ਕਹਿੰਦੇ ਸੀ ਕਿ ਸ਼ਾਇਦ ਘੱਟ ਹੋ ਸਕਦੀ ਆ, ਫੀਸ ਉਹੀ ਆ ਜਿਹੜੀ ਕਿ ਪਿਛਲੀ ਵਾਰ ਹੋਈ ਸੀਗੀ। ਹਾਂ ਜੀ ਡਾਟਾ ਐਂਟਰੀ ਆਪਰੇਟਰ ਲਈ ਆਬਜੈਕਟਿਵ ਟਾਈਪ ਦੀ ਲਿਖਤੀ ਪ੍ਰੀਖਿਆ ਹੋਏਗੀ, ਜਿਹਦੇ ਵਿੱਚੋਂ ਤੁਹਾਨੂੰ 40% ਘੱਟੋ ਘੱਟ ਨੰਬਰ ਲੈਣੇ ਪੈਣਗੇ। ਜੇ ਤੁਸੀਂ 40% ਤੋਂ ਘੱਟ ਨੰਬਰ ਲੈਂਦੇ ਹੋ ਫਿਰ ਤੁਸੀਂ ਇਸ ਪੋਸਟ ਲਈ ਐਲੀਜੀਬਲ ਨਹੀਂ ਹੋਵੋਗੇ ਤਾਂ ਤੁਹਾਡਾ ਟਾਈਪਿੰਗ ਟੈਸਟ ਨਹੀਂ ਹੋਏਗਾ। ਜਿਹੜੇ ਲਿਖਤੀ ਪਾਸ ਪ੍ਰੀਖਿਆ ਦੇ ਵਿੱਚੋਂ 40% ਅੰਕ ਪ੍ਰਾਪਤ ਕਰਨ ਵਾਲੇ ਜਿਹੜੇ ਉਮੀਦਵਾਰ ਹੋਣਗੇ ਉਹਨਾਂ ਨੂੰ ਸਮਰੱਥ ਅਥਾਰਟੀ ਵੱਲੋਂ ਆਪਦੇ ਵੱਲੋਂ ਨਿਰਧਾਰਤ ਕੀਤੀ ਗਈ ਗਿਣਤੀ ਦੇ ਵਿੱਚ ਨਾ ਅੰਗਰੇਜ਼ੀ ਤੇ ਪੰਜਾਬੀ ਭਾਸ਼ਾ ਦੇ ਟਾਈਪਿੰਗ 30 ਵਰਡ ਪਰ ਮਿੰਟ ਦੇ ਹਿਸਾਬ ਦੇ ਨਾਲ ਟਾਈਪਿੰਗ ਟੈਸਟ ਲਈ ਬੁਲਾਇਆ ਜਾਏਗਾ, ਠੀਕ ਆ। ਸੋ ਟਾਈਪਿੰਗ ਟੈਸਟ ਦੀ ਤਿਆਰੀ ਲਈ ਉਮੀਦਵਾਰਾਂ ਨੂੰ ਕੋਈ ਵੱਖਰਾ ਸਮਾਂ ਨਹੀਂ ਦਿੱਤਾ ਜਾਏਗਾ। ਸਾਫ਼ ਇਹਨਾਂ ਨੇ ਇੱਥੇ ਆਹ ਚੀਜ਼ ਮੈਂਸ਼ਨ ਕਰਤੀ ਕਿ ਅਲੱਗ ਤੋਂ ਕੋਈ ਵੱਖਰਾ ਟਾਈਮ ਨਹੀਂ ਦਿੱਤਾ ਜਾਊਗਾ। ਜਦੋਂ ਇਹਨਾਂ ਦਾ ਮਤਲਬ ਰਿਜ਼ਲਟ ਵਗੈਰਾ ਆ ਜਾਊਗਾ ਤਾਂ ਉਹ ਆਪਣੇ ਹਿਸਾਬ ਦੇ ਨਾਲ ਜਦੋਂ ਮਰਜ਼ੀ ਟਾਈਪਿੰਗ ਦਾ ਉਹ ਟੈਸਟ ਦਾ ਟਾਈਮ ਅਨਾਊਂਸ ਕਰ ਸਕਦੇ ਆ। ਸੋ ਤੁਸੀਂ ਪਹਿਲਾਂ ਤੋਂ ਤਿਆਰ ਰਹਿਣਾ। ਪੰਜਾਬੀ ਤੇ ਇੰਗਲਿਸ਼ ਦਾ ਹੋਊਗਾ, ਕੰਪਿਊਟਰ ਤੇ ਹੋਊਗਾ, ਯੂਨੀਕੋਡ ਰਾਵੀ ਫੌਂਟ ਦੇ ਵਿੱਚ ਲਿਆ ਜਾਊਗਾ। ਪੰਜਾਬੀ ਅਤੇ ਅੰਗਰੇਜ਼ੀ ਟਾਈਪਿੰਗ ਟੈਸਟ ਕੇਵਲ ਕੁਆਲੀਫਾਈਂਗ ਨੇਚਰ ਹੋਊਗਾ, ਠੀਕ ਆ। ਸੋ ਤੁਸੀਂ ਇਹਦੇ ਵਿੱਚ ਕੋਈ ਘਬਰਾਉਣ ਵਾਲੀ ਜ਼ਰੂਰਤ ਨਹੀਂ। ਸੋ ਜਿਹੜੀ ਕਾਮਨ ਮੈਰਿਟ ਲਿਸਟ ਆ ਉਹ ਤੁਹਾਡੀ ਜਿਹੜੀ ਤੁਸੀਂ ਰਿਟਨ ਦੇ ਵਿੱਚ ਅੰਕ ਪ੍ਰਾਪਤ ਕਰੋਗੇ ਉਹਦੇ ਲਈ ਤੁਹਾਡੇ ਹੋਣਗੇ, ਠੀਕ ਆ। ਸੋ ਟਾਈਪਿੰਗ ਟੈਸਟ ਪਾਸ ਕਰਨ ਵਾਲੇ ਉਮੀਦਵਾਰਾਂ ਨੂੰ ਸਮਰੱਥ ਅਥਾਰਟੀ ਵੱਲੋਂ ਬਾਅਦ ਵਿੱਚ ਬੁਲਾ ਲੈਣਗੇ, ਠੀਕ ਆ, ਉਹ ਕਾਉਂਸਲਿੰਗ ਲਈ ਫਿਰ ਉਹ ਹੋ ਜਾਏਗਾ, ਠੀਕ ਆ। ਸੋ ਇਹ ਸਾਰਾ ਕੁਝ ਇਹ ਸੀਗਾ ਆਪਣਾ। ਸੋ ਇਹ ਤੁਸੀਂ ਸਾਰਾ ਬਹੁਤ ਚੰਗੀ ਤਰ੍ਹਾਂ ਤੁਸੀਂ ਪੜ੍ਹ ਲੈਣਾ ਵਾ, ਠੀਕ ਆ। ਜਿਵੇਂ ਮੈਂ ਆਪਣਾ ਉਹ ਕਰ ਦਿੱਤਾ ਹੋਇਆ, ਤੁਸੀਂ ਜਾ ਕੇ ਡਾਊਨਲੋਡ ਵੀ ਕਰ ਸਕਦੇ ਹੋ। ਸੋ ਇਹ ਫਾਰਮ ਭਰਨੇ ਵੀ ਸ਼ੁਰੂ ਹੋ ਚੁੱਕੇ ਨੇ, ਆਹ ਵਾਲੀ ਆਪਣੀ ਸਾਈਟ ਆ। ਸੋ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਕਿ ਇਹਦੇ ਵਿੱਚ ਸਿਰਫ ਗ੍ਰੈਜੂਏਸ਼ਨ ਦੀ ਜ਼ਰੂਰਤ ਆ। 10ਵੀਂ ਤੁਹਾਡੀ ਹੋਣੀ ਚਾਹੀਦੀ ਆ, 10ਵੀਂ ਦੇ ਵਿੱਚ ਪੰਜਾਬੀ ਪਾਸ ਹੋਣਾ ਚਾਹੀਦਾ ਵਾ। ਅਤੇ ਅਗਰ ਤੁਹਾਡਾ ਗ੍ਰੈਜੂਏਸ਼ਨ ਤੁਸੀਂ ਕੰਪਿਊਟਰ ਫੀਲਡ ਦੇ ਵਿੱਚ ਨਹੀਂ ਕੀਤੀ ਤਾਂ ਤੁਹਾਨੂੰ 120 ਘੰਟੇ ਦਾ ਜਾਂ O ਲੈਵਲ ਦਾ ਸਰਟੀਫਿਕੇਟ ਚਾਹੀਦਾ ਹੋਊਗਾ, ਠੀਕ ਆ ਜੀ। ਹੁਣ ਇਹ ਸਾਰਾ ਕੁਝ ਦਿੱਤਾ ਇਹਨਾਂ ਨੇ। ਫਿਲਹਾਲ ਇਹਨਾਂ ਨੇ ਇਹਦੇ ਵਿੱਚ ਇਹ ਚੀਜ਼ ਨਹੀਂ ਦਿੱਤੀ ਕਿ ਤੁਹਾਡੀ ਮੰਨ ਲਓ 1 ਮਿੰਟ ਦੇਣਾ ਜੀ ਬਸ ਥੋੜ੍ਹਾ, ਹਾਂਜੀ। ਸੋ ਇਹਨਾਂ ਨੇ ਕੋਈ ਵੀ ਇਹਨਾਂ ਨੇ ਕਿਹਾ ਕਿ ਬੋਰਡ ਤੋਂ ਵੱਲੋਂ ਜਿਹੜੀ ਇਹਦਾ ਆਪਣਾ ਸਿਲੇਬਸ ਆ ਉਹ ਬਾਅਦ ਵਿੱਚ ਨਿਰਧਾਰਿਤ ਕਰਕੇ ਆਪਣੇ ਆਪ ਇਹ ਅਪਲੋਡ ਕਰ ਦੇਣਗੇ। ਸੋ ਇਹਦੇ ਵਿੱਚ ਇਹਨਾਂ ਨੇ ਕੁਛ ਨਹੀਂ ਦਿੱਤਾ ਹੋਇਆ। ਸੋ ਨਾ ਹੀ ਹੁਣ ਇਹਦੇ ਵਿੱਚ ਤੁਹਾਡੇ ਸਵਾਲ ਇਹ ਹੋਣਗੇ ਕਿ ਕੋਆਪਰੇਟਿਵ ਬੈਂਕ ਦਾ 2021 ਦੇ ਵਿੱਚ ਜਿਹੜਾ ਪੇਪਰ ਹੋਇਆ ਸੀ, 2021 ਦੇ ਵਿੱਚ ਜਿਹੜਾ ਪੇਪਰ ਹੋਇਆ ਸੀ ਉਹਦੇ ਵਿੱਚ ਆਪਣੀ ਨਹੀਂ ਹੋਈ ਸੀਗੀ ਟਾਈਪਿੰਗ, ਬਟ ਇਹਦੇ ਵਿੱਚ ਇਹਨਾਂ ਨੇ ਟਾਈਪਿੰਗ ਰੱਖਤੀ ਹੋਈ ਆ। ਸੋ ਇਹ ਹੁਣ ਦੇਖਦੇ ਹਾਂ ਕਿ ਕਿਉਂਕਿ ਮੇਰੇ ਅਕੋਰਡਿੰਗ ਤਾਂ ਅਗਰ ਆਪਾਂ ਦੇਖਿਆ ਜਾਵੇ ਕਿ ਇਹ ਸਰਵਿਸ ਰੂਲ ਫੋਲੋ ਕਰਦੇ ਹੁੰਦੇ ਨੇ। ਕੋਆਪਰੇਟਿਵ ਬੈਂਕ ਕਲਰਕ ਦੇ ਵਿੱਚ ਸਰਵਿਸ ਰੂਲ ਨਹੀਂ ਹੈਗਾ, ਸਰਵਿਸ ਰੂਲ ਦੇ ਵਿੱਚ ਇਹ ਚੀਜ਼ ਮੈਂਸ਼ਨ ਨਹੀਂ ਹੋਏਗੀ। ਕਿਉਂਕਿ ਅਗਰ ਸਰਵਿਸ ਰੂਲ ਦੇ ਵਿੱਚ ਇਹ ਚੀਜ਼ ਮੈਂਸ਼ਨ ਹੁੰਦੀ ਤਾਂ ਤੁਸੀਂ ਦੇਖ ਸਕਦੇ ਸੀ ਕਿ ਕੋਆਪਰੇਟਿਵ ਬੈਂਕ ਦਾ 2021 ਦੇ ਵਿੱਚ ਜੇ ਪਿਛਲੇ ਸਾਲ ਤਾਂ ਆਪਣਾ ਐਗਜ਼ਾਮ ਹੋਇਆ ਸੀ, ਉਸ ਤੋਂ ਬਾਅਦ ਟਾਈਪਿੰਗ ਨਹੀਂ ਹੋਈ ਸੀ, ਸਿਰਫ ਰਿਟਨ ਬੇਸ ਦੇ ਉੱਤੇ ਮੈਰਿਟ ਬਣੀ ਸੀ। ਸੋ ਇਹਨਾਂ ਨੇ ਜਾਂ ਤਾਂ ਇਹਨਾਂ ਦਾ ਇਹ ਸਿਸਟਮ ਹੋ ਸਕਦਾ ਕਿ PSSB ਜੋ ਵੀ ਭਰਤੀ ਕਰਦੀ ਹੈ, PSSB ਬੋਰਡ ਜੋ ਵੀ ਕਲਰਕ ਦੀ ਭਰਤੀ ਲਏਗੀ, ਇਹਦਾ ਹੋ ਸਕਦਾ ਵਾ ਕਿ ਜਿਹੜੇ ਆਰਟੀਕਲ ਦੇ ਵਿੱਚ ਇਹਦੇ ਬਾਰੇ ਇਹ ਚੀਜ਼ ਲਿਖੀ ਹੋਏਗੀ, ਇਹਨਾਂ ਦਾ ਰੂਲ ਹੋਵੇ ਕਿ PSSB ਜਿਹੜੀ ਵੀ ਕਲਰਕ ਕਮ ਡਾਟਾ ਐਂਟਰੀ ਆਪਰੇਟਰ ਦੀ ਭਰਤੀ ਦਾ ਜੋ ਆਪਣਾ ਪੇਪਰ ਲਏਗੀ ਤਾਂ ਉਹਦੇ ਵਿੱਚ ਟਾਈਪਿੰਗ ਟੈਸਟ ਇਹਨੂੰ ਲੈਣਾ ਜ਼ਰੂਰੀ ਹੋਏਗਾ। ਸੋ ਇਹਨਾਂ ਦੇ ਰੂਲ ਦੇ ਅਕੋਰਡਿੰਗ ਹੋਏਗਾ, ਕਿਉਂਕਿ ਇਹਦਾ ਜੋ ਪਹਿਲਾਂ ਇਹਦਾ ਹੋਇਆ ਸੀ ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਟੈਸਟ ਲਿਆ ਸੀ। ਹੋ ਸਕਦਾ ਵਾ ਇਹਦੇ ਵਿੱਚ ਇੱਦਾਂ ਹੋਵੇ, ਹੋ ਸਕਦਾ ਇਹਨਾਂ ਤੋਂ ਕੋਈ ਮਿਸਟੇਕਲੀ ਇਹ ਚੀਜ਼ ਜਿਹੜੀਆਂ ਦੂਸਰੀਆਂ ਭਰਤੀਆਂ ਨੇ, ਦੂਸਰੀਆਂ ਕਲਰਕ ਦੀਆਂ, ਜਰਨਲ ਕਲਰਕ ਦੀਆਂ ਭਰਤੀਆਂ ਹੁੰਦੀਆਂ ਨੇ, ਉਹਦੇ ਅਕੋਰਡਿੰਗ ਹੀ ਇਹਨਾਂ ਨੇ ਨੋਟੀਫਿਕੇਸ਼ਨ ਤਿਆਰ ਕਰ ਦਿੱਤਾ। ਸੋ ਹੋ ਸਕਦਾ ਵਾ ਕਿ ਇਹਨਾਂ ਨੇ ਲਿਖ ਵੀ ਦਿੱਤਾ ਹੋਇਆ ਕਿ ਹੋ ਸਕਦਾ ਅਗਰ ਇਹਦੇ ਵਿੱਚ ਕੋਈ ਚੀਜ਼ ਗਲਤ ਹੁੰਦੀ ਵੀ ਆ ਤਾਂ ਕੋਈ ਚੀਜ਼ ਸੁਧਾਰ ਹੋਣ ਦੀ ਉਹ ਆ ਹੱਕ ਸਿਰਫ ਬੋਰਡ ਕੋਲੇ ਹੋਏਗਾ। ਹੋ ਸਕਦਾ ਇਹਦਾ ਕੋਈ ਨੋਟਿਸ ਆ ਜਾਵੇ ਕਿ ਕੋਆਪਰੇਟਿਵ ਬੈਂਕ ਦਾ ਟਾਈਪਿੰਗ ਟੈਸਟ ਹੋਏਗਾ, ਨਹੀਂ ਹੋਏਗਾ, ਤਾਂ ਸਾਰਾ ਕੁਝ ਕੋਈ ਗੱਲ ਨਹੀਂ। ਅਜੇ ਫਿਲਹਾਲ ਇਸ ਨੋਟੀਫਿਕੇਸ਼ਨ ਦੇ ਹਿਸਾਬ ਦੇ ਨਾਲ ਟਾਈਪਿੰਗ ਟੈਸਟ 100% ਹੋ ਰਿਹਾ ਵਾ।
ਸੋ ਤੁਸੀਂ ਤਿਆਰੀ ਰੱਖਣੀ ਆ, ਆਪਦੀ ਰਿਟਨ ਦੀ ਵੀ ਤਿਆਰੀ ਰੱਖੋ। ਸੋ ਇਹਦਾ ਸਿਲੇਬਸ ਆਉਣ ਦਿਓ, ਉਸ ਤੋਂ ਬਾਅਦ ਆਪਾਂ ਸਿਲੇਬਸ ਵੀ ਡਿਸਕਸ ਕਰਾਂਗੇ ਕਿ ਇਹਦਾ ਸਿਲੇਬਸ ਕੀ ਹੋਊਗਾ। 120 ਨੰਬਰ ਦਾ ਪੇਪਰ ਹੋਣ ਦੀ ਪੂਰੀ ਸੰਭਾਵਨਾ ਵਾ। ਤੇ ਜਿਹੜਾ ਪੇਪਰ ਹੋਇਆ ਸੀਗਾ ਆਪਣਾ 2021 ਦੇ ਵਿੱਚ ਕਲਰਕ ਦਾ, ਤੁਸੀਂ ਉਹਨੂੰ ਫੋਲੋ ਕਰਕੇ ਤੁਸੀਂ ਆਪਦਾ ਉਹ ਤਿਆਰੀ ਸ਼ੁਰੂ ਕਰ ਦਿਓ। ਅੱਜ ਤੋਂ ਹੀ ਤੁਹਾਡਾ ਨੰਬਰ ਪੱਕਾ ਪਏਗਾ ਇਹਦੇ ਵਿੱਚ। ਸੋ ਬਾਕੀ ਆਉਣ ਦਾ ਆਫੀਸ਼ੀਅਲ ਸਿਲੇਬਸ ਕਿ ਕੋਈ ਹੋਰ ਮਾੜਾ ਮੋਟਾ ਕੋਈ ਸਬਜੈਕਟ ਐਡ ਹੁੰਦਾ ਕਿ ਨਹੀਂ ਹੁੰਦਾ, ਮੇਰੇ ਅਕੋਰਡਿੰਗ ਨਹੀਂ ਹੋਏਗਾ, ਕਿਉਂਕਿ 120 ਨੰਬਰ ਦਾ ਪੇਪਰ ਜਿਹੜਾ ਹੋਏਗਾ ਉਹੀ ਹੋਏਗਾ, ਠੀਕ ਆ, ਜਿਹੜਾ ਕਲਰਕ ਦੇ ਵਿੱਚ ਜਿਹੜੀ ਉਹਨਾਂ ਨੇ ਪਾਇਆ ਸੀਗਾ ਪਿਛਲੀ ਵਾਰ। ਸੋ ਇਹ ਤੁਸੀਂ ਧਿਆਨ ਰੱਖਣਾ ਵਾ। ਸੋ ਇਹਦੇ ਵਿੱਚ 20 ਨੰਬਰ ਦੀ ਜੀਕੇ ਆਈ ਸੀ ਤੇ 20 ਨੰਬਰ ਦੀ ਪੰਜਾਬ ਜੀਕੇ ਆਈ ਸੀ, ਠੀਕ ਆ। ਸੋ ਤੁਸੀਂ ਧਿਆਨ ਦੇਣਾ ਕਿ 20 ਤੇ 20 40 ਨੰਬਰ ਤੁਸੀਂ ਇਹ ਪੱਕੇ ਕਰ ਦੇਣੇ, ਠੀਕ ਆ। ਉਸ ਤੋਂ ਬਾਅਦ ਕੰਪਿਊਟਰ ਵੀ ਆਇਆ ਸੀ, ਉਹ 'ਚ ਮੈਥ ਵੀ ਆਇਆ ਸੀ, ਰੀਜ਼ਨਿੰਗ ਵੀ ਆਈ ਸੀਗੀ, ਤੇ ਆਪਣਾ ਪੰਜਾਬੀ ਪਲੱਸ ਇੰਗਲਿਸ਼ ਗ੍ਰਾਮਰ ਵੀ ਆਈ ਸੀ। ਸੋ ਇਹ ਸਾਰੇ ਸਬਜੈਕਟ ਤੁਸੀਂ ਤਿਆਰ ਕਰਨੇ ਨੇ। ਇਹਦੇ ਉੱਤੇ ਮੈਂ ਆਲਰੇਡੀ ਇੱਕ ਵੀਡੀਓ ਬਣਾਈ ਹੋਈ ਹੈ ਕੋਆਪਰੇਟਿਵ ਵਾਲੀ। ਸੋ ਡਿਸਕ੍ਰਿਪਸ਼ਨ ਦੇ ਵਿੱਚ ਮੈਂ ਲਿੰਕ ਦੇ ਦੂੰਗਾ ਕਿ ਕੀ ਇਹਦੇ ਵਿੱਚ ਹੋ ਸਕਦਾ ਵਾ। ਸੋ ਬਾਕੀ ਜੋ ਸਿਲੇਬਸ ਆਊਗਾ ਆਪਾਂ ਇੱਕ ਵੀਡੀਓ ਬਣਾ ਦੇਵਾਂਗੇ, ਠੀਕ ਆ। ਸੋ ਹੁਣ ਤੁਸੀਂ ਇਹਦੀ ਤਿਆਰੀ ਕਰਨੀ ਆ, ਠੀਕ ਆ ਜੀ। ਤਿਆਰੀ ਆਪਦੀ ਜਾਰੀ ਰੱਖੋ। ਸੋ ਧੰਨਵਾਦ ਜੀ। ਜਿਵੇਂ ਆਪਾਂ ਨੂੰ ਕੋਈ ਵੀ ਅਪਡੇਟ ਮਿਲਦੀ ਰਹੇਗੀ ਸੋ ਆਪਾਂ ਉਹ ਤੁਹਾਡੇ ਨਾਲ ਸ਼ੇਅਰ ਕਰ ਦੇਵਾਂਗੇ। ਸੋ ਵੀਡੀਓ ਦੀ ਪੋਸਟ ਲਈ ਵੀ ਬਹੁਤ ਸਾਰੇ ਕਮੈਂਟ ਆ ਰਹੇ ਸੀਗੇ ਕਿ ਦੱਸੋ ਇਹਦੇ ਵਿੱਚ ਜਿਨ੍ਹਾਂ ਨੇ ਕਿ ਕੰਪਿਊਟਰ ਦੀ ITI ਕੀਤੀ ਹੋਈ ਆ ਜਾਂ ਜਿਸ ਵੀ ਕੈਂਡੀਡੇਟ ਨੇ ਮੰਨ ਲਓ ਕਿ ਕੰਪਿਊਟਰ ਸਬਜੈਕਟ ਪੜ੍ਹਿਆ ਆਪਦੀ ਡਿਗਰੀ ਦੇ ਦੌਰਾਨ 6 ਮਹੀਨੇ ਜਾਂ ਸਾਲ ਪੜ੍ਹਿਆ ਵਾ, ਕੀ ਉਹ ਐਲੀਜੀਬਲ ਨੇ? ਇਹਦੇ ਬਾਰੇ ਅਜੇ ਕੋਈ ਕਲੈਰਿਟੀ ਬੋਰਡ ਵੱਲੋਂ ਨਹੀਂ ਦਿੱਤੀ ਹੋਈ ਗਈਗੀ, ਨਾ ਹੀ ਉਹ ਅਜੇ ਫਿਲਹਾਲ ਫੋਨ ਚੱਕ ਰਿਹਾ। ਸੋ ਜਦ ਵੀ ਉਹਨਾਂ ਵੱਲੋਂ ਕੋਈ ਕਲੀਅਰ ਹੋ ਜਾਏਗਾ ਸੋ ਆਪਾਂ ਤੁਹਾਨੂੰ ਇਨਫੋਰਮ ਕਰ ਦੇਵਾਂਗੇ ਆਪਣੇ ਟੈਲੀਗ੍ਰਾਮ ਦੇ ਉੱਤੇ ਵੀ ਜਾਂ YouTube ਦੇ ਉੱਤੇ ਵੀ। ਸੋ ਤੁਸੀਂ ਉਹਦੇ ਲਈ ਅਜੇ ਵੇਟ ਕਰਨੀ ਆ। ਜੇ ਫਿਲਹਾਲ ਉਹ ਵਾਲੇ ਕੈਂਡੀਡੇਟ ਫਾਰਮ ਨਾ ਭਰਨ, ਬਟ ਜਿਹੜੇ ਐਲੀਜੀਬਲ ਨੇ ਉਹੀ ਫਾਰਮ ਭਰਨ। ਸੋ ਧੰਨਵਾਦ ਜੀ। ਮਿਲਦੇ ਹਾਂ ਆਪਾਂ ਜਦੋਂ ਇਹਦਾ ਸਿਲੇਬਸ ਆਉਂਦਾ ਹੁਣ।